ਅੱਗੇ ਵੀ ਇਹ ਕਲਾਸਾਂ ਅਸੀਂ ਲਗਾਉਂਦੇ ਰਹੇ ਤੇ ਸਾਡਾ ਉਚਾਰਨ ਹੋਰ ਵੀ ਜ਼ਿਆਦਾ ਸ਼ੁੱਧ ਹੋ ਜਾਏ। ਪਹਿਲੇ ਅਸੀਂ ਪਾਠ ਕਰਦੇ ਸੀ ਤੇ ਅਸੀਂ ਵਿੱਚ ਕਈ ਗਲਤੀਆਂ ਕਰ ਦਿੰਦੇ ਸੀ, ਲੇਕਿਨ ਜਿਵੇਂ ਕ੍ਰਿਸ਼ਨ ਜੀ ਬਾਰੇ ਸਾਨੂੰ ਬੜੀ ਗਲਤ ਫਹਿਮੀ ਸੀ, ਉਹਨਾਂ ਨੇ ਸਾਡੀ ਗਲਤ ਫਹਿਮੀ ਦੂਰ ਕੀਤੀ। ਵੀ ਹਾਂ ਇਹਨਾਂ ਵਿੱਚ ਇੰਨੇ ਗੁਰੂਆਂ ਦੀ ਬਾਣੀਆਂ, ਇੰਨੇ ਭੱਟਾਂ ਦੀ ਜਾਂ ਭਗਤਾਂ ਦੀ ਬਾਣੀਆਂ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਬਾਰੇ ਕੁਝ ਨਹੀਂ ਪਤਾ। ਪਰ ਇਹ ਤਰਤੀਬ ਮੈਨੂੰ ਇਸ ਕਲਾਸਾਂ ਲਾਉਣ 'ਚ ਆ ਕੇ ਪਤਾ ਲੱਗਦਾ। ਕੁੱਤੇ ਪੈਣ ਨੂੰ ਜਗਾ ਦਿੰਦਾ, ਇਸ ਤਰ੍ਹਾਂ ਕੰਮ ਹੋਇਆ। ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਸਾਨੂੰ ਗ੍ਰਾਮੈਟੀਕਲ ਪ੍ਰੋਬਲਮਸ ਕਾਫੀ ਸੋਲਵ ਕਰਨਾ ਸਿਖਾਇਆ। ਆਸ ਵਿੱਚ ਨਹੀਂ ਆਉਂਦੇ, ਅਸੀਂ ਬਹੁਤ ਮਿਸ ਕਰਦੇ ਹਾਂ। ਸਾਰੀ 52 ਅੱਖਰੀ ਕਬੀਰ ਜਿਉ ਕੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। 52 ਅਛਰ ਲੋਕ ਤ੍ਰੈ, ਸਭ ਕਛ ਇਨਹੀ ਮਾਹੇ। ਇਹ ਅੱਖਰ ਖਿਰ ਜਾਹੇਗੇ, ਓਏ ਅੱਖਰ ਇਨ ਮੈਂ ਨਾਹੇ। ਅਲੈ ਲਹੋ ਤੋਂ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਭਟਕ ਬੀਜ ਮੈਂ ਰਾਵ ਰਿਓ, ਜਾਂ ਕੋ ਤੀਨ ਲੋਕ ਵਿਸਥਾਰ। ਆਪਾਂ ਪਹਿਲਾਂ ਵੀ ਇਹ ਗੱਲ ਕਈ ਵਾਰੀ ਸਾਂਝੀ ਕੀਤੀ ਆ, ਅੱਲੇ ਨਹੀਂ ਪੜ੍ਹਨਾ ਨਾ ਅੱਲੋ ਪੜ੍ਹਨਾ। ਅਸੀਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਸਾਂਝੀ ਕੀਤੀ ਆ ਵੀ ਇਹ ਪਰਸ਼ੀਅਨ ਲਫ਼ਜ਼ ਆ, ਕੁਰਾਨ ਵਿੱਚੋਂ ਆਇਆ ਹੋਇਆ, ਮੁਸਲਮਾਨੀ ਮੱਤ 'ਚੋਂ ਆਇਆ ਆ। ਉਹ ਸਾਰੇ ਇਹਨੂੰ ਅੱਲਾ ਪੜ੍ਹਦੇ ਆ, ਠੀਕ ਹੈ ਜੀ। ਇਹਦੇ ਪੈਰ ਔਂਕੜ ਆਵੇ, ਇਹਦੇ ਨਾਲ ਸਿਹਾਰੀ ਆਵੇ ਜਾਂ ਇਹ ਮੁਕਤ ਆਵੇ, ਇਹਦਾ ਜਿਹੜਾ ਸ਼ੁੱਧ ਉਚਾਰਨ ਆ ਉਹ ਕੀ ਆ? ਅੱਲਾ। ਜਿਵੇਂ ਉਹ ਪੜ੍ਹਦੇ ਆ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਤਰਈ ਕਾਨਾ। ਰਹੇ ਬਿਹਰਾਮ ਕਤੇ ਨ ਬਿਹੰਗਮ, ਰਹੇ ਬਿਹੰਗਮ ਕਤੇ ਨ ਜਾਈ। ਅਗੇ ਗਹੇ ਗਾਏ ਗਗਨ ਰਹਾਈ। ਹਾਂ, ਇਹ ਵੀ ਅਗਹਿ ਨਹੀਂ ਗਾ ਜੀ, ਇਹ ਵਾ ਆ ਗਹਿ। ਗਹਿ ਦਾ ਮਤਲਬ ਹੁੰਦਾ ਫੜਨਾ। ਜਿਵੇਂ ਆਪਾਂ ਸ਼ਾਮ ਨੂੰ ਪੜ੍ਹਦੇ ਆ ਨਾ, ਬਾਏਂ, ਉਹ ਬਾਹੇ ਨਹੀਂ ਗਾ, ਉਹ ਕੀ ਆ? ਬਾਂਹ। ਆਪਾਂ ਵੈਸੇ ਉਹਦਾ ਉਚਾਰਨ ਸ਼ਾਮ ਨੂੰ ਜਦੋਂ ਪੜ੍ਹਦੇ ਆ ਕੀ ਪੜ੍ਹਦੇ ਆ? ਬਾਹੇ ਗਹੇ। ਵੈਸੇ ਉਹ ਕੀ ਆ? ਬਾਹਾਂ ਗਹੇ ਕੀ ਲਾਜ ਅਸ। ਗਹੇ ਦਾ ਮਤਲਬ ਹੁੰਦਾ ਫੜੀ, ਬਾਂਹ ਫੜੀ ਦੀ ਲਾਜ ਰੱਖ, ਗੋਬਿੰਦ ਦਾਸ ਤੁਹਾਰ। ਤੋਂ ਉਵੇਂ ਅਸੀਂ ਇਹਨੂੰ ਪੜਾਂਗੇ। ਇੱਥੇ ਜਿਹੜਾ ਇਹਦਾ ਸ਼ੁੱਧ ਉਚਾਰਨ ਹੈਗਾ ਉਹ ਹੈ ਆ ਗਹਿ, ਆ ਗਹਿ, ਗਹਿ ਗਹਿ ਗਗਨ ਰਹਾਈ। ਹਾਂਜੀ, ਪੜਿਓ ਜੀ ਇੱਕ ਵਾਰੀ। ਅਗਹਿ ਗਹੇ 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 ਗਗਨ ਰਹਾਈ। ਬਿਲਕੁਲ ਠਹਿਰਾ 'ਚ ਇਸ ਬਾਣੀ ਦਾ ਪਾਠ ਹੋਏਗਾ, ਬਿਲਕੁਲ ਠਹਿਰਾ, ਬਿਲਕੁਲ। ਆ ਗਹਿ, ਆ ਗਹੇ 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 ਗਗਨ ਰਹਾਈ। ਸੱਚਾ ਇਹ ਛਿਤਰਪਤ ਪਾਸਾ, ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ। ਰੇ ਮਨ ਮੈਂ ਤਿਉ ਛਿਨ ਛਿਨ ਸਮਝਾਵਾਂ, ਤਾਹੇ ਛਾੜ ਕਤ ਆਪ ਬਤਾਵਾ। ਯਈਆ ਨਿਕਟ ਜੋ ਕਟ ਰਹਿਓ, ਦੂਰ ਕਹਾਂ ਤਜ ਜਾਏ। ਜਾ ਕਾਰਨ ਜਗ ਢੂੰਡਿਓ ਨੇਰੋ, ਪਾਇਓ ਤਾਹੇ। ਟੈਂਕਾ ਬਿਕਟ ਘਾਟ ਕਟ ਮਾਹੇ। ਇਹਨੂੰ ਟੈਂਕਾ ਨਹੀਂ ਪੜ੍ਹਨਾ ਜੀ, ਇਹਦਾ ਇੱਥੇ ਉਚਾਰਨ ਗੁਰਬਾਣੀ 'ਚ ਟੈਂਕਾ ਨਹੀਂ ਗਾ, ਇਹਨੂੰ ਪੜਾਂਗੇ ਟਟਾ। ਟੜਾ, ਠੀਕ ਹੈ ਜੀ। ਅਦਕ ਨਹੀਂ ਲੱਗੇਗਾ, ਅਦਕ ਤੋਂ ਬਿਨਾਂ ਇਹਦਾ ਉਚਾਰਨ ਹੋਏਗਾ। ਬਾਣੀ 'ਚ ਇਹਦਾ ਉਚਾਰਨ ਟੈਂਕਾ ਨਹੀਂ ਗਾ, ਇਹਨੂੰ ਪੜਾਂਗੇ ਅਦਕ ਤੋਂ ਬਿਨਾਂ। ਟਟਾ ਬਿਕਟ ਘਾਟ ਘਟ ਮਾਹੀ। ਟਟਾ ਬਿਕਟ ਘਾਟ ਘਟ ਮਾਹੀ। ਖੋਲ ਕਪਾਟ ਮਹਿਲ ਕੇ ਨਹਿ ਜਾਹੀ। ਦੇਖ ਅਟਲ ਟਲ ਕਤਹਿ ਨ ਜਾਵਾ। ਰਹਿ ਲਪਟ ਕਟ ਪਰਚੋ ਪਾਵਾ। ਹਾਂਜੀ, ਬਿਲਕੁਲ ਸਹੀ ਪੜ੍ਹਿਆ ਇਹਨਾਂ ਨੇ। ਤਾਂ ਇਹਦਾ ਉਚਾਰਨ ਸਾਰਿਆਂ ਨੇ ਚੇਤੇ ਰੱਖ ਲੈਣਾ। ਇਹ ਇੱਥੇ ਨਹੀਂ, ਲਗਭਗ 5-6 ਬਾਣੀਆਂ 'ਚ ਆਉਂਦਾ। ਜਿਵੇਂ 2 ਪੱਟੀ ਬਾਣੀਆਂ 'ਚ ਆਇਆ, ਇਹਦੇ 'ਚ ਆਇਆ। ਇਸ ਤੋਂ ਅੱਗੇ ਆਪਾਂ ਦੱਖਣੀ ਓਂਕਾਰ ਪੜਾਂਗੇ, ਉਹਦੇ 'ਚ ਆਏਗਾ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮਹਿ ਡਰ ਰਿਹਾ ਸਮਾਈ। ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨੀਡਰ ਹੁਆ ਡਰ ਔਰ ਹੋਏ ਭਾਗੈ। ਥਥਾ ਥਾ ਥਾਉ ਨੀ ਪਾਵਾਂ, ਓ ਥਾ ਏ ਥਿਰ ਨਾ ਰਹਾਵਾਂ। ਥੋੜੇ ਥਲ ਥਾਨ ਕੇ ਆਰੰਭੈ, ਬਿਨ ਹੀ ਥਾਮੈ ਮੰਦਰ ਤੰਬੈ। ਬਿੰਦ ਬਿੰਦ ਮਿਲਾਵਾਂ, ਬਿੰਦ ਬਿੰਦ ਨ ਬਿਸਰਨ ਪਾਵਾਂ।
ਬਿੰਦਿਓ ਹੋਏ ਬੰਦਗੀ ਗਹਿ। ਹਾਂਜੀ ਬਿੰਦਿਓ ਨਹੀਂਗਾ ਭੈਣ ਜੀ, ਬੰਦੋ ਬੰਦੋ ਹੋਏ, ਬੰਦਿਓ ਹੋਏ ਬੰਦਿਓ ਨਹੀਂ ਜੀ, ਬੰਦੋ, ਜਿਵੇਂ ਆਪਾਂ ਕਹਿੰਦੇ ਨਾ ਬੰਦਾ, ਬੰਦੇ ਨੂੰ ਬੰਦੋ, ਬੰਦੋ ਹੋਏ ਬੰਦਗੀ ਗਹਿ। ਬੰਦਕ ਹੋਏ ਬੰਦ ਸੁਧ ਲਹੈ। ਮਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ। ਏ ਮਨ ਸ਼ਕਤੀ ਏ ਮਨ ਸੀਓ ਏ ਮਨ ਪੰਚ ਤਤ ਕੋ ਜੀਓ। ਏ ਮਨ ਲੈ ਜਾਓ ਉਨ ਮਨ ਰਹੇ ਤੋਂ तीन लोक की लल्ला बातें ऐसे कहे। लिव मन लावै अनत न जाए परम सच पावै। अर्जो तहाँ प्रेम लिव लावै तो अल्ह लहै लहै ਹਾਂਜੀ, ਫਿਰ चरण ਇੱਥੇ ਗਲਤ ਹੋ समावै। ਗਿਆ। ਆਪਾਂ ਹੁਣੇ ਗੱਲ ਸੀ ਕੀਤੀ ਸੀ, ਇਹਨੂੰ ਅੱਲਾ ਨਹੀਂ ਪੜ ਸਕਦੇ ਆਪਾਂ, ਹਨਾ ਜੀ। ਇਹਨੂੰ ਉਹ ਇਹਦਾ ਉਚਾਰਨ ਕੀ ਆ? ਅੱਲਾ। जो कोई जो खोजे सो बहुर न होई। खोज बूझ जो करे विचारा तो भवजल तरत न लावे बारा। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਸ਼ਲੋਕ 15 ਥਿੱਤੀ 7 ਵਾਰ ਕਹੇ ਕਬੀਰ ਰਵਾਰ ਨਾ ਪਾਰ। ਸਾਧਕ ਸਿੱਧ ਲਖੈ ਜੋ ਭਿਓ ਆਪੇ ਕਰਤਾ ਆਪੇ ਜਿਵੇਂ ਦਿਓ। ਪਿੱਛੇ ਅਸੀਂ 52 ਅੱਖਰੀ ਪੜ੍ਹੀ ਆ, 52 ਅੱਖਰੀ ਪ੍ਰਚਲਿਤ ਸੀਗੀ, ਇਹਦਾ ਜ਼ਿਕਰ ਆ ਗਿਆ। ਅੱਖਰਾਂ ਤੋਂ ਉਪਦੇਸ਼ ਸੀਗਾ। ਇਵੇਂ ਗੁਰਬਾਣੀ ਵਿੱਚ 7 ਵਾਰਾਂ ਦਾ ਜ਼ਿਕਰ ਆਉਂਦਾ, ਪੈਰਿਆਂ ਦਾ ਜ਼ਿਕਰ ਆਉਂਦਾ, ਮਹੀਨਿਆਂ ਦਾ 12 ਮਾਹ ਦਾ ਜ਼ਿਕਰ ਆਉਂਦਾ। ਇਵੇਂ ਥਿੱਤਾਂ ਦਾ ਜ਼ਿਕਰ ਵੀ ਆ ਗਿਆ। ਤੁਸੀਂ ਵੇਖੋ ਇਹ ਸਾਰੀਆਂ ਥਿੱਤਾਂ ਗਿਣਨੀਆਂ ਜਿਹੜੀਆਂ ਏਕਮ ਦੂਜ ਤੀਜ ਅਮਾਵਸ 2 ਵਾਰੀ ਮਹੀਨੇ 'ਚ ਥਿੱਤਾਂ ਬਦਲਦੀਆਂ ਨੇ। ਇੱਕ ਵਾਰੀ ਪੁੰਨਿਆ ਤੋਂ ਮੱਸਿਆ ਤੱਕ, ਇੱਕ ਵਾਰੀ ਮੱਸਿਆ ਤੋਂ ਪੁੰਨਿਆ ਤੱਕ। ਇਹ ਦੋ ਪਿੱਛੇ ਵੀ ਅਸੀਂ ਇੱਕ ਬਾਣੀ ਪੜ੍ਹ ਕੇ ਆਏ ਹਾਂ, ਉਹਦੇ ਵਿੱਚ ਪੁੰਨਿਆ ਤੋਂ ਮੱਸਿਆ ਤੱਕ ਚੱਲਿਆ ਸੀਗਾ। ਇੱਥੇ ਹੁਣ ਕਿੱਥੋਂ ਚੱਲਣਾ ਵਾ? ਦੇਖੋ ਸਭ ਤੋਂ ਪਹਿਲਾਂ ਕਿਹਦੀ ਗੱਲ ਆਈ ਆ? ਅਮਾਵਸ ਮਹਿ ਆਸ ਨਿਵਾਰੋ। ਇੱਥੇ ਮੱਸਿਆ ਤੋਂ ਕਿੱਥੋਂ ਤੱਕ ਜਾਣਾ ਵਾ? ਪੁੰਨਿਆ ਤੱਕ ਜਾਣਾ। ਤਾਂ ਇਹ ਥਿੱਤਾਂ ਤੋਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਵਾ। ਇਹ ਉਸ ਵੇਲੇ ਇਹ ਗੱਲਾਂ ਪ੍ਰਚਲਿਤ ਸਨ ਬਾਣੀ ਦੇ ਵਿੱਚ। ਤੋਂ ਮੈਂ ਫੇਰ ਦੁਹਰਾ ਰਿਹਾ, ਜਿਹੜਾ ਆਪਾਂ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ ਨਾ, ਵਿਸਵੇ ਚੱਸਿਆਂ ਘੜੀਆਂ ਪੈਰਾਂ, ਨਾ ਵਿਸਵਿਆਂ ਤੋਂ ਕੋਈ ਉਪਦੇਸ਼ ਆ ਤੇ ਨਾ ਚੱਸਿਆਂ ਤੋਂ ਕੋਈ ਉਪਦੇਸ਼ ਆ। ਇਹਨਾਂ ਤੋਂ ਨਹੀਂਗਾ। ਘੜੀਆਂ ਤੋਂ ਹੈਗਾ ਵਾ, ਪੈਰਾਂ ਤੋਂ ਹੈਗਾ ਵਾ। ਪੈਰਾਂ ਤੋਂ ਪਹਿਰੇ ਜਿਹੜੇ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਿੱਛੇ ਪੜ੍ਹ ਕੇ ਆਏ ਹਾਂ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਤੁਸੀਂ ਸਾਰਿਆਂ ਨੇ ਪੜ੍ਹੇ ਸੀਗੇ, ਠੀਕ ਹੈ। ਪੈਰਿਆਂ ਤੋਂ ਉਪਦੇਸ਼ ਹੈਗਾ। ਪੈਰਿਆਂ ਤੋਂ ਬਾਅਦ ਵਿਸਵੇ ਚੱਸਿਆਂ ਘੜੀਆਂ ਪਹਿਰਾਂ, ਉਸ ਤੋਂ ਬਾਅਦ ਥਿੱਤਾਂ ਤੋਂ ਉਪਦੇਸ਼ ਹੈਗਾ। ਵਾਰਾਂ ਤੋਂ 7 ਵਾਰ ਬਾਣੀ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਅੱਗੇ ਵੀ ਆਏਗੀ 7 ਵਾਰ, ਬਾਬਾ ਕਬੀਰ ਸਾਹਿਬ ਦੀ ਵੀ ਆਏਗੀ ਅਤੇ ਹੋਰ ਗੁਰੂ ਸਾਹਿਬਾਨਾਂ ਦੀ ਵੀ ਹੈ ਨਾ। ਵਾਰਾਂ ਤੋਂ ਉਪਦੇਸ਼ ਹੈਗਾ। ਥਿੱਤੀ ਵਾਰੀ ਮਾਹ, ਮਹੀਨਿਆਂ ਤੋਂ ਆਪਾਂ ਉਪਦੇਸ਼ ਪੜ੍ਹ ਆਏ ਹਾਂ, 12 ਮਾਹ ਪਿੱਛੇ ਪੜ੍ਹ ਆਏ, ਇੱਕ 12 ਮਾਹ ਅੱਗੇ ਜਾ ਕੇ ਅਸੀਂ ਪੜ੍ਹਾਂਗੇ ਤੁਖਾਰੀ ਰਾਗ। ਇਹ ਸਾਰੀਆਂ ਲੋਕ ਬੋਲੀ ਵਿੱਚ, ਲੋਕ ਕਾਵ ਵਿੱਚ, ਲੋਕ ਕਵਿਤਾਵਾਂ ਪ੍ਰਚਲਿਤ ਸਨ। ਉਹਨਾਂ ਦੇ ਰਾਹੀਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਇਹ ਤਾਂ ਸਮੇਂ ਨਾਲ ਜੁੜੀਆਂ ਹੋਈਆਂ ਗੱਲਾਂ ਸੀਗੀਆਂ। ਕੁਝ ਗੱਲਾਂ ਬੰਦੇ ਦੇ ਦੁੱਖ ਅਤੇ ਸੁੱਖ ਨਾਲ ਜੁੜੀਆਂ ਹੋਈਆਂ ਸਨ। ਜਿਵੇਂ ਸੁੱਖ ਨਾਲ ਜੁੜਿਆ ਸੀ ਵਿਆਹ। ਵਿਆਹ ਕੁੜੀ ਦਾ ਜੇ ਹੋਇਆ ਤੇ ਕੀ ਪੜ੍ਹੀਆਂ ਜਾਣਗੀਆਂ? ਹਾਂਜੀ ਤੁਹਾਨੂੰ ਪਤਾ ਹੀ ਹੈ ਕੀ ਪੜ੍ਹਦੇ ਆ ਘਰਾਂ ਵਿੱਚ ਜਦੋਂ ਲੜਕੀ ਦਾ ਵਿਆਹ ਹੁੰਦਾ? ਕੀ ਪੜ੍ਹਦੇ ਆਪਾਂ? ਸੁਹਾਗ। ਤੇ ਜੇ ਲੜਕੇ ਦਾ ਵਿਆਹ ਹੁੰਦਾ ਫਿਰ ਕੀ ਪੜ੍ਹਦੇ ਆਪਾਂ? ਘੋੜੀਆਂ। ਤਾਂ ਹੁਣ ਸੁਹਾਗ ਤੋਂ ਬਾਣੀ ਜਿਹੜੀ ਹੈਗੀ ਆ ਉਹ ਨਹੀਂ ਹੈਗੀ, ਪਰ ਘੋੜੀਆਂ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈਗੀ ਆ। ਗੁਰੂ ਅਰਜਨ ਸਾਹਿਬ ਜੀ ਦੀ ਆ। ਦੇ ਤੇਜਣ ਜੀ ਰਾਮ ਉਪਾਈਆ ਰਾਮ, ਇੱਕ ਘੋੜੀਆਂ ਇਸ ਤੋਂ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਖੁਸ਼ੀ ਨਾਲ ਲਾਵਾਂ ਜੁੜੀਆਂ ਸਨ। ਲਾਵਾਂ ਤੋਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਹੁਣ ਕੁਝ ਗੱਲਾਂ ਦੁੱਖ ਨਾਲ ਜੁੜੀਆਂ ਨੇ। ਦੁੱਖ ਨਾਲ ਕੀ ਆ? ਮੌਤ ਜੁੜੀ ਆ। ਮੌਤ ਵੇਲੇ ਉਦੋਂ ਕੀ ਪੜ੍ਹਦੀਆਂ ਸਨ? ਜਿਹੜੀਆਂ ਘਰਾਂ ਵਿੱਚ ਨੈਣਾ ਆਉਂਦੀਆਂ ਸੀ ਉਸ ਵੇਲੇ, ਜਿਹੜੀਆਂ ਸਪੈਸ਼ਲ ਹੁੰਦੀਆਂ ਸੀਗੀਆਂ, ਉਹ ਅਲਾਣੀਆਂ ਪੜ੍ਹਦੀਆਂ ਸੀ, ਉੱਚੀ ਉੱਚੀ ਅਲਾਣੀਆਂ। ਤਾਂ ਉਹ ਅਲਾਣੀਆਂ ਗੁਰੂ ਗ੍ਰੰਥ ਸਾਹਿਬ 'ਚ ਤੁਸੀਂ ਪੜ੍ਹਦੇ ਆ। ਅਤੇ ਇਹ ਸਾਰੇ ਲੋਕ ਗੀਤ ਸੀਗੇ। ਇਹ ਸਾਰੇ ਕੀ ਸੀਗੇ? ਇਹਨਾਂ ਨੂੰ ਸੌਖੇ ਸ਼ਬਦਾਂ 'ਚ ਆਪਾਂ ਸਮਝੀਏ, ਇਹ ਲੋਕ ਗੀਤ ਸੀਗੇ। ਇਹਨਾਂ ਲੋਕ ਗੀਤਾਂ ਦੀ ਤਰਜ਼ 'ਤੇ ਹੀ ਗੁਰੂ ਸਾਹਿਬ ਨੇ ਬਾਣੀ 'ਚ ਕੀ ਲਿਖ ਦਿੱਤੀਆਂ ਨੇ? ਬਾਣੀਆਂ ਲਿਖ ਦਿੱਤੀਆਂ ਨੇ। ਇਹ ਸਾਰੇ ਮੈਂ ਤੁਹਾਨੂੰ ਗਿਣਾ ਦਿੱਤੇ ਆ। ਕਿਹੜੇ ਜੀ? ਥਿੱਤਾਂ, ਵਾਰ, ਪਹਿਰੇ, ਉਸ ਤੋਂ ਬਾਅਦ ਮਹੀਨੇ, ਉਸ ਤੋਂ ਬਾਅਦ ਘੋੜੀਆਂ, ਲਾਵਾਂ,
ਉਸ ਤੋਂ ਬਾਅਦ ਆਪਾਂ ਅਲਾਣੀਆਂ, ਇਹ ਸਾਰੇ ਆਪਾਂ ਗਿਣ ਲਏ ਹੈਗੇ। ਇਹ ਸਾਰੇ ਅੱਗੇ ਜਾ ਕੇ ਅਸੀਂ ਪੜਾਂਗੇ। ਇਹ ਸਾਰੇ ਲੋਕ ਗੀਤ ਸੀਗੇ ਜਿਹੜੇ ਪ੍ਰਚਲ ਸੀਗੇ, ਇਹਨਾਂ ਤੋਂ ਗੁਰੂ ਸਾਹਿਬ ਨੇ ਉਪਦੇਸ਼ ਸਾਨੂੰ ਬਾਣੀ ਦੇ ਵਿੱਚ ਦਿੱਤਾ ਹੈਗਾ। ਨਾ ਕਿ ਇਹਨਾਂ ਨਾਲ ਕੋਈ ਵਹਿਮ ਭਰਮ ਜੋੜਿਆ ਕਿ ਇਹ ਦਿਨ ਚੰਗਾ ਇਹ ਦਿਨ ਮਾੜਾ, ਇਸ ਤਰ੍ਹਾਂ ਦਾ ਕੁਝ ਨਹੀਂ। ਸਾਡੇ ਲਈ ਸਾਰੇ ਹੀ ਦਿਨ ਚੰਗੇ ਬਣਾਏ ਗੁਰੂ ਸਾਹਿਬ ਨੇ। ਮਹਾ ਦਿਵਸ ਮੂਰਤ ਭਲੇ ਜਾਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਸਗੋਂ ਇਸ ਦੇ ਉਲਟ ਬਾਣੀ 'ਚ ਆਪਾਂ ਇਹ ਗੱਲ ਸਮਝਾਈ ਆਪਾਂ ਨੂੰ, ਥਿੱਤੀ ਵਾਰ ਸੇਵੈ ਮੁਗਦ ਗਵਾਰ। ਸੋ ਇਹ ਗੱਲਾਂ ਆਪਾਂ ਬਾਣੀ 'ਚੋਂ ਇੱਥੋਂ ਵੀ ਸਮਝਾਂਗੇ, ਅੱਗੇ ਜਾ ਕੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਸਤਵਿੰਦਰ ਸਿੰਘ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਸਹਿਜ ਪਾਠ ਸਿੱਖਣ ਦਾ, ਪੜ੍ਹਨ ਦਾ, ਬੋਲਣ ਦਾ ਤਰੀਕਾ ਸਮਝਾਇਆ। ਤੇ ਉਹਨਾਂ ਨੇ ਸਭ ਤੋਂ ਪਹਿਲੇ ਦਿਨ ਸਾਨੂੰ ਸੂਰਤ, ਬੁੱਧ, ਗਿਆਨ ਤੇ ਜੋਰ ਬਾਰੇ ਸਮਝਾਇਆ। ਉਸ ਤੋਂ ਬਾਅਦ ਬਾਣੀ ਪਾਠ ਕਰਨਾ, ਗਾਉਣਾ, ਕੀਰਤਨ ਕਰਨਾ, ਬਾਣੀ 'ਤੇ ਵਿਚਾਰ ਕਰਨਾ, ਅਮਲ ਕਰਨਾ, ਅਤੇ ਜਦੋਂ ਲਾਸਟ 'ਚ ਇਹ ਸਭ ਕੁਝ ਹੋ ਜਾਏ ਅਤੇ ਖੁਸ਼ੀ ਨਾਲ ਉਸ ਗੁਰਬਾਣੀ ਨੂੰ ਗਾਉਣਾ, ਅਸਲੀ ਆਨੰਦ ਮਾਣਨਾ। ਇਸ ਤਰ੍ਹਾਂ ਕਰਕੇ ਸਾਨੂੰ ਸਿਆਰੀਆਂ, ਬਿਆਰੀਆਂ, ਔਂਕੜ, ਤਲੌਂਕੜ, ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਮਝਾਈਆਂ ਉਹਨਾਂ ਨੇ, ਅਤੇ ਸਾਨੂੰ ਥੋੜ੍ਹਾ ਬਹੁਤਾ ਆਨੰਦ ਆਉਣ ਲੱਗਾ। ਅੱਜ ਜਦੋਂ ਅਸੀਂ ਕਲਾਸ ਵਿੱਚ ਨਹੀਂ ਆਉਂਦੇ, ਅਸੀਂ ਬਹੁਤ ਮਿਸ ਕਰਦੇ ਹਾਂ ਸਾਰੀ ਸਾਧ ਸੰਗਤ ਨੂੰ। ਜੋ ਸਾਧ ਸੰਗਤ ਵਿੱਚ ਮਿਲਦਾ ਹੈ ਉਹ ਕਿਤੋਂ ਨਹੀਂ ਮਿਲਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੀਰ ਜੀ ਸਤਵਿੰਦਰ ਸਿੰਘ ਜੀ ਨੇ ਸਾਨੂੰ ਸ਼ੁੱਧ ਪਾਠ ਕਰਨਾ ਸਿਖਾਇਆ। ਸਾਡੀ ਇਸ ਤੋਂ ਪਹਿਲੇ ਅਸੀਂ ਪਾਠ ਕਰਦੇ ਸੀ ਅਤੇ ਅਸੀਂ ਵਿੱਚ ਕਈ ਗਲਤੀਆਂ ਕਰ ਦਿੰਦੇ ਸੀ, ਲੇਕਿਨ ਉਹਨਾਂ ਨੇ ਸਾਨੂੰ ਬੜਾ ਤਰੀਕੇ ਨਾਲ, ਬੜੇ ਪ੍ਰੇਮ ਨਾਲ ਸਾਨੂੰ ਸ਼ੁੱਧ ਪਾਠ ਕਰਨਾ ਸਿਖਾਇਆ ਔਰ ਸਾਨੂੰ ਨੋਟ ਕਰਵਾਇਆ ਕਿ ਇੱਥੇ ਅਸੀਂ ਗਲਤ ਬੋਲਦੇ ਹਾਂ, ਇਹ ਅੱਖਰ ਨੂੰ ਐਵੇਂ ਨਹੀਂ ਐਵੇਂ ਮਿਲਣਾ। ਇਹਦੇ ਨਾਲ ਸਾਨੂੰ ਬੜੀ ਸਹਾਇਤਾ ਮਿਲੀ ਹੈ ਅਤੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ। ਅਸੀਂ ਗੁਰਦੁਆਰਾ ਸਿੰਘ ਸਭਾ ਵਿੱਚ ਸਹਿਜ ਪਾਠ ਦੀਆਂ ਕਲਾਸਿਸ ਲਗਾਈਆਂ ਨੇ, ਜਿਹਦੇ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਿਹਦੇ 'ਚ ਸਾਨੂੰ ਵੀ ਪਾਠ, ਮੈਂ ਤਾਂ ਐਵੇਂ ਦੀ ਉਹ ਸੀ ਜਿਹਨੂੰ ਪੰਜਾਬੀ ਵੀ ਪੜ੍ਹਨੀ ਸ਼ਾਇਦ ਨਹੀਂ ਆਉਂਦੀ ਸੀ, ਅਤੇ ਮੈਂ ਪੰਜਾਬੀ ਪੜ੍ਹਨਾ ਵੀ ਇੱਥੋਂ ਹੀ ਸਿੱਖਿਆ। ਅਤੇ ਅੱਜ ਸ਼ਾਇਦ ਮੈਂ ਇੰਨੀ ਹੋ ਗਈ ਆ ਕਿ ਮੈਨੂੰ ਵੀ ਮੈਂ ਸਹਿਜ ਪਾਠ ਪੜ੍ਹ ਲੈਂਦੀ ਹਾਂ, ਪਰ ਗਲਤੀਆਂ ਹੁੰਦੀਆਂ ਨੇ, ਪਰ ਗਲਤੀਆਂ ਦਾ ਸੁਧਾਰ ਸਾਨੂੰ ਵੀਰ ਜੀ ਬਾਰ-ਬਾਰ ਕਰਾਉਂਦੇ ਨੇ ਅਤੇ ਅਸੀਂ ਬਾਰ-ਬਾਰ ਉਹ ਸੁਧਾਰ ਕਰੀ ਜਾਵਾਂਗੇ। ਅਤੇ ਵੀਰ ਜੀ ਸਾਨੂੰ ਬਹੁਤ ਕੁਝ ਦੱਸਦੇ ਨੇ, ਇੱਕ ਲਾਈਨ ਦੀ ਇੱਕ ਚੀਜ਼ ਸਾਨੂੰ ਦੱਸਦੇ ਨੇ ਵੀ ਇਸ ਲਾਈਨ ਦਾ ਕੀ ਮਤਲਬ ਹੈ, ਉਸ ਲਾਈਨ ਦਾ ਕੀ ਮਤਲਬ ਹੈ। ਜਿਵੇਂ ਕ੍ਰਿਸ਼ਨ ਜੀ ਬਾਰੇ ਸਾਨੂੰ ਬੜੀ ਗਲਤਫਹਿਮੀ ਸੀ, ਉਹਨਾਂ ਨੇ ਸਾਡੀ ਗਲਤਫਹਿਮੀ ਦੂਰ ਕੀਤੀ ਅਤੇ ਸਾਨੂੰ ਸਹੀ ਉਚਾਰਨ, ਸਹੀ ਰਾਹ, ਸਾਨੂੰ ਕਈ ਵਾਰ ਸਹੀ ਸਿੱਖਿਆ ਵੀ ਦਿੰਦੇ ਆ ਕਿ ਇਸ ਰਾਹ 'ਤੇ ਚੱਲਣਾ, ਇਸ ਰਾਹ 'ਤੇ ਨਹੀਂ ਚੱਲਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਿੱਖ ਮਿਸ਼ਨਰੀ ਕਾਲਜ ਦੇ, ਜਿਨ੍ਹਾਂ ਨੇ ਵੀਰ ਸਤਵਿੰਦਰ ਸਿੰਘ ਜੀ ਨੂੰ ਸਾਨੂੰ ਇੱਥੇ ਸੰਥਿਆ, ਸਹਿਜ ਪਾਠ ਦੀ ਸੰਥਿਆ ਵਾਸਤੇ ਭੇਜਿਆ ਉਹਨਾਂ ਨੂੰ। ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇੰਨਾ ਕੁ ਪਤਾ ਸੀ ਵੀ ਹਾਂ ਇਹਨਾਂ ਵਿੱਚ ਇੰਨੇ ਗੁਰੂਆਂ ਦੀ ਬਾਣੀ ਆ, ਇੰਨੇ ਭੱਟਾਂ ਦੀ ਜਾਂ ਭਗਤਾਂ ਦੀ ਬਾਣੀ ਆ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਬਾਰੇ ਕੁਛ ਨਹੀਂ ਪਤਾ। ਪਰ ਇਹ ਤਰਤੀਬ ਮੈਨੂੰ ਇਸ ਕਲਾਸਾਂ ਲਾਉਣ ਤੋਂ ਆ ਕੇ ਪਤਾ ਲੱਗੀ ਹੈ ਵੀ ਇਹਦੇ ਵਿੱਚ ਕਿਸ ਤਰ੍ਹਾਂ ਤਰਤੀਬਵਾਰ ਗੁਰੂਆਂ ਦੀ ਬਾਣੀ ਆ, ਅਤੇ ਪਹਿਲਾਂ ਕਿਹੜਾ ਸ਼ਬਦ ਕਿਸ ਤਰ੍ਹਾਂ ਪਹਿਲੇ ਗੁਰੂ ਜੀ ਦੀ ਫਿਰ ਆਉਂਦੀ ਆ, ਫਿਰ ਅਗਲੇ ਗੁਰੂ ਜੀ ਦੀ, ਫਿਰ ਭਗਤਾਂ ਤੋਂ ਸ਼ੁਰੂ ਹੁੰਦੀ ਆ, ਫਿਰ ਜਦੋਂ ਦੁਬਾਰਾ ਨਵਾਂ ਰਾਗ ਸ਼ੁਰੂ ਹੁੰਦਾ ਫਿਰ ਦੁਬਾਰੇ ਉਸੇ ਤਰਤੀਬ ਦੁਆਰਾ ਆਉਂਦੇ ਆ। ਅਤੇ ਇਸੇ ਤਰ੍ਹਾਂ ਵੀਰ ਜੀ ਨੇ ਬਹੁਤ ਸਾਨੂੰ ਚੰਗੀਆਂ ਗੱਲਾਂ ਦੱਸੀਆਂ ਵੀ ਕਿਸ ਤਰ੍ਹਾਂ ਗੁਰੂ ਬਾਣੀ ਨੂੰ ਪੜ੍ਹਨਾ ਵਾ ਅਤੇ ਕਿਸ ਤਰ੍ਹਾਂ ਅਸੀਂ ਇਹਦਾ ਸ਼ੁੱਧ ਉਚਾਰਨ ਕਰ ਸਕਦੇ ਹਾਂ। ਸਾਨੂੰ ਨਹੀਂ ਸੀ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕੁਛ ਇੰਨਾ ਨਹੀਂ ਸੀ ਪਤਾ, ਪਰ ਇੱਥੇ ਆ ਕੇ ਬਹੁਤ ਜ਼ਿਆਦਾ ਸਾਨੂੰ ਜਿੱਦਾਂ ਸੁੱਤੇ ਪਏ ਨੂੰ ਬੰਦਾ ਜਗਾ ਦਿੰਦਾ, ਇਸ ਤਰ੍ਹਾਂ ਸਾਨੂੰ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰ ਜੀ ਦੇ ਕਾਫੀ ਧੰਨਵਾਦੀ ਹਾਂ, ਉਹਨਾਂ ਨੇ ਸਾਨੂੰ ਸਹਿਜ ਪਾਠ ਕਰਨ ਦਾ ਤਰੀਕਾ ਸਿਖਾਇਆ। ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਸਾਨੂੰ ਗ੍ਰਾਮੈਟੀਕਲ ਪ੍ਰੋਬਲਮਸ ਕਾਫੀ ਸੋਲਵ ਕਰਨੀਆਂ ਸਿਖਾਈਆਂ ਨੇ, ਜਿਵੇਂ ਕਿ ਨਾਨਕ ਸ਼ਬਦ ਕਈ ਥਾਂ 'ਤੇ ਔਂਕੜ ਨਾਲ ਆਉਂਦਾ ਹੈ, ਕਈ ਥਾਂ ਵਿਦਾਊਟ ਔਂਕੜ ਆਉਂਦਾ ਹੈ, ਅਤੇ ਜਦੋਂ ਔਂਕੜ ਨਾਲ ਹੈ ਅਸੀਂ ਉਹਨੂੰ ਸੰਬੋਧਨ ਰੂਪ ਵਿੱਚ ਬੋਲਣਾ ਹੈ। ਅਤੇ ਹੋਰ ਜਿਵੇਂ ਸ਼ਾਹ ਸ਼ਬਦ ਆਉਂਦਾ ਹੈ, ਅਸੀਂ ਉੱਥੇ ਬਿਨਾਂ ਬਿੰਦੀ ਹੁੰਦਾ ਹੈ ਪਰ ਅਸੀਂ ਉਹਨੂੰ ਸ਼ਾਹ ਬੋਲਣਾ ਹੈ, ਸਾਹ ਨਹੀਂ ਬੋਲਣਾ। ਸ਼ਾਹ ਸ਼ਬਦ ਸਾਨੂੰ ਸਮਝਾਉਂਦਾ ਹੈ ਕਿ ਇਹ ਸ਼ਾਹੂਕਾਰ ਲਈ ਬੋਲਿਆ ਜਾ ਰਿਹਾ ਹੈ। ਅਸੀਂ ਸ਼ਾਹੂਕਾਰ ਪਰਮ ਪਿਤਾ ਪਰਮਾਤਮਾ ਨੂੰ ਵੀ ਕਹਿੰਦੇ ਹਾਂ। ਹੋਰ ਸਾਨੂੰ ਉਹਨਾਂ ਨੇ ਜਿਵੇਂ ਯਈਆ ਹੈ, ਕਿਸੇ ਅੱਖਰ ਥੱਲੇ ਯਈਆ ਆ ਜਾਂਦਾ ਹੈ, ਅਸੀਂ ਉਹਨੂੰ ਕਿਵੇਂ ਪ੍ਰੋਨਾਊਂਸ ਕਰਨਾ ਹੈ। ਜਿਵੇਂ ਆਖੀਰ, ਖੱਖੇ ਨੂੰ ਸਿਹਾਰੀ ਲਾਓ, ਅੱਖਰ ਸ਼ਬਦ ਹੈ ਯਈਆ ਲੱਗਾ ਹੈ, ਖੱਖੇ ਨੂੰ ਸਿਹਾਰੀ ਲਗਾਓ, ਅੱਗੇ ਐੜਾ ਲਗਾਓ, ਫਿਰ ਉਸ ਅਕਸ਼ਰ ਨੂੰ ਬੋਲਣਾ ਹੈ, ਆਖੀਰ ਕਹਿ ਕੇ ਬੋਲਣਾ ਹੈ। ਇਸ ਤਰ੍ਹਾਂ ਉਹਨਾਂ ਨੇ ਸਾਡੀ ਕਾਫੀ ਪ੍ਰੋਬਲਮ ਸੋਲਵ ਕੀਤੀਆਂ ਨੇ ਅਤੇ ਸਾਡੀ ਜਿਹੜੀ ਗੁਰਬਾਣੀ ਹੈ ਉਸ ਨੂੰ ਸ਼ੁੱਧ ਕਰਨ ਵਿੱਚ ਸਾਡੀ ਬਹੁਤ ਹੀ ਹੈਲਪ ਕੀਤੀ ਹੈ। ਤਕਰੀਬਨ 1.5 ਸਾਲ ਹੋ ਗਿਆ ਸਹਿਜ ਪਾਠ ਕਲਾਸਾਂ
ਲਗਵਾਉਂਦਿਆਂ ਹੋਇਆਂ ਨੂੰ ਅਸੀਂ ਗੁਰਬਾਣੀ ਦੇ ਨਾਲ ਗੁਰਬਾਣੀ ਗਿਆਨ, ਗੁਰਬਾਣੀ ਦੇ ਅਰਥ ਵੀ ਸਮਝ ਰਹੇ ਹਾਂ। ਸਾਨੂੰ ਵੀਰ ਜੀ ਵਿਆਖਿਆ ਕਰਕੇ ਦੱਸ ਰਹੇ ਨੇ ਅਤੇ ਇੱਕ ਇੱਕ ਅਕਸ਼ਰ ਦਾ ਅਰਥ ਕਰਕੇ ਅਤੇ ਗੁਰਬਾਣੀ ਜਿਵੇਂ ਗੁਰੂਆਂ ਦੀ ਕਿੰਨੀ ਬਾਣੀ, ਇਹਦੇ ਵਿੱਚ ਕਿੰਨੇ ਸ਼ਬਦ ਦਰਜ ਹਨ ਅਤੇ ਗਿਣਤੀ ਦਾ ਵੀ ਸਾਨੂੰ ਗਿਆਨ ਦੱਸਦੇ ਨੇ, ਕਿਉਂਕਿ ਅਸੀਂ ਪਹਿਲਾਂ ਵੀ ਸਹਿਜ ਪਾਠ ਕੀਤੇ ਨੇ। ਅਸੀਂ ਕਦੀ ਗਿਣਤੀ ਵੱਲ ਧਿਆਨ ਨਹੀਂ ਦਿੱਤਾ ਵੀ ਕਿਸ ਗੁਰੂ ਸਾਹਿਬ ਦੀ ਬਾਣੀ ਹੈ, ਕਿੰਨੇ ਸ਼ਬਦ ਨੇ। ਇਸ ਤਰ੍ਹਾਂ ਸਾਨੂੰ ਵੀਰ ਜੀ ਵਿਸਤਾਰ ਨਾਲ ਦੱਸਦੇ ਹਨ। ਅਸੀਂ ਵੀਰ ਜੀ ਦਾ ਅਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵਿੰਦਰ ਸਿੰਘ ਭੌਰ ਸੱਦਾ ਤੋਂ ਸਾਨੂੰ ਸਹਿਜ ਪਾਠ, ਸੁਖਮਨੀ ਸਾਹਿਬ ਪਾਠ ਸਾਰੇ ਸਾਨੂੰ ਸਭ ਸਹੀ ਕਰਾ ਰਹੇ ਆ। ਮਤਲਬ ਸਾਡੀ ਜੋ ਗਲਤੀਆਂ ਹੈ ਉਹ ਠੀਕ ਕਰਵਾ ਦੱਸਦੇ ਆ। ਇਕੱਲੇ ਸ਼ਬਦ ਦਾ ਮੀਨ ਦੱਸਦੇ ਸਾਨੂੰ। ਬਾਕੀ ਬੜੇ ਪ੍ਰੇਮ ਪਿਆਰ ਨਾਲ ਸਾਨੂੰ ਸਮਝਾਉਂਦੇ ਆ ਸਾਰਾ। ਮੈਂ ਗ੍ਰੰਥੀ ਸਿੰਘ ਹੋਣ ਦੇ ਨਾਤੇ ਬਹੁਤ ਕੁਝ ਸਿੱਖਣਾ ਚਾਹੁੰਦਾ ਹਾਂ। ਹੋਰ ਵੀ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੇ ਬਲ ਉਦਮ ਬਖਸ਼ਣ, ਸਤਿਗੁਰੂ ਕਿਰਪਾ ਕਰਨ, ਸਾਰੀ ਸੰਗਤ 'ਤੇ ਮਿਹਰ ਭਰੇ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬੇਟੇ ਸਤਵਿੰਦਰ ਸਿੰਘ ਨੇ ਸੋਹਣਾ ਪੜ੍ਹਨਾ ਸਿਖਾ ਦਿੱਤਾ। ਅਸੀਂ ਬਹੁਤ ਜ਼ਿਆਦੀਆਂ ਗਲਤੀਆਂ ਕਰਦੇ ਸੀ, ਹੁਣ ਅਸੀਂ ਕੁਝ ਸ਼ੁੱਧ ਪੜ੍ਹਨਾ ਸਿੱਖ ਗਏ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਔਰ ਮੈਂ ਉਮੀਦ ਕਰਦੀ ਹਾਂ ਕਿ ਇਸੇ ਤਰ੍ਹਾਂ ਅਗਰ ਅੱਗੇ ਵੀ ਇਹ ਕਲਾਸਾਂ ਅਸੀਂ ਲਗਾਉਂਦੇ ਰਹੇ ਤਾਂ ਸਾਡਾ ਉਚਾਰਨ ਹੋਰ ਵੀ ਜ਼ਿਆਦਾ ਸ਼ੁੱਧ ਹੋ ਜਾਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਹਿਜ ਪਾਠ ਦੀ ਕਲਾਸ ਦੀ ਸੰਗਤ ਨੂੰ, ਜੋ ਕਿ ਕਰੀਬ 6 ਮਹੀਨੇ ਤੋਂ ਅਸੀਂ ਇਹ ਕਲਾਸ ਲਾ ਰਹੇ ਹਾਂ। ਮੈਂ ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬਾਨ ਦਾ ਵੀ ਧੰਨਵਾਦ ਕਰਦਾ, ਜੋ ਕਿ ਸਾਨੂੰ ਕਿਸੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਆਪਣੇ ਆਪ ਉਧਰਾ ਹੋ ਕੇ ਸਾਨੂੰ ਆਪਣਾ ਕਹਿੰਦੇ ਵੀ ਤੁਸੀਂ ਜੋ ਪ੍ਰੋਗਰਾਮ ਕਰਨਾ ਲਿਖਣਾ ਲਿਖੋ। ਉਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਰਦਾਰ ਅਮਰਜੀਤ ਸਿੰਘ ਜੀ ਅਤੇ ਉਹਨਾਂ ਦੇ ਪ੍ਰੋਫੈਸਰ, ਜੋ ਕਿ ਬਹੁਤ ਹੀ ਸਤਵਿੰਦਰ ਸਿੰਘ ਨਿੱਘੇ ਤੌਰ 'ਤੇ ਬੜੇ ਪਿਆਰ ਨਾਲ, ਸਤਿਕਾਰ ਦੇ ਨਾਲ ਬਾਣੀ ਨੂੰ ਸਾਨੂੰ ਉਚਾਰਨ, ਸ਼ੁੱਧ ਉਚਾਰਨ ਕਰਨਾ ਦੱਸਦੇ ਨੇ। ਅਤੇ ਜੋ ਉਹਨਾਂ ਦਾ ਸਮਝਾਉਣ ਦਾ ਤਰੀਕਾ ਵੀ ਇੱਕ ਨਿਵੇਕਲਾ ਹੈ। ਜਿੱਥੇ ਉਹ ਬਾਣੀ ਦਾ ਸਾਨੂੰ ਸਮਝਾਉਂਦੇ ਹਨ, ਉੱਥੇ ਸਾਨੂੰ ਹਰ ਲਫ਼ਜ਼, ਹਰ ਅਲਫਾਜ਼ ਦਾ ਮੀਨਿੰਗ ਦੱਸਦੇ ਹਨ। ਉੱਥੇ ਉਹਨਾਂ ਨੂੰ ਉਚਾਰਨ ਦੀ ਪ੍ਰੋਨਾਊਂਸੀਏਸ਼ਨ ਜਿਹੜੀ ਆ ਉਹ ਬੜੀ ਵਧੀਆ ਤਰੀਕੇ ਨਾਲ ਦੱਸਦੇ ਹਨ। ਸੋ ਮੈਂ ਜਿੱਥੇ ਭੈਣਾਂ ਸਾਰੀਆਂ ਨੇ ਆਪਣਾ ਤੁਹਾਨੂੰ ਪਹਿਲਾਂ ਦੱਸ ਵੀ ਦਿੱਤਾ ਵੀ ਸਾਨੂੰ ਪ੍ਰੋਫੈਸਰ ਸਾਹਿਬ ਦਾ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਰਹੀ ਆ, ਸੋ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।